एक बड़ा सुनहरी मौका है स्कूलों के लिए कि वो अपना वड्डा दिल दिखान to pay and what percentage of school fees to be paid. ਬੱਚਿਆਂ ਦੇ ਸਕੂਲਾਂ ਦੀ ਫੀਸ ਆਨਲਾਈਨ ਪੜ੍ਹਾਈ ਲਈ ਕਿੰਨੀ % ਦਿੱਤੀ ਜਾਵੇ? I think this is a burning issue amidst pandemic COVID-19. COVID-19 ਜਿਹਦੇ ਵਿੱਚ ਸਾਰੀ ਵਰਲਡ ਇਕਨੋਮੀਜ਼ ਇਫੈਕਟਡ, ਸਾਰੇ ਸੈਕਟਰਸ ਜਿਹੜੇ ਨੇ ਉਹ ਇਫੈਕਟ ਹੋਏ ਨੇ। ਸਕੂਲਸ ਜਿਹੜੇ ਕਿ ਕਦੇ ਵੀ ਕਿਸੇ ਵੀ ਸਿਚੁਏਸ਼ਨਸ ਤੋਂ ਉਹਨਾਂ ਦਾ ਕੈਸ਼ ਫਲੋ ਕਦੇ ਵੀ ਡਿਸਟਰਬ ਨਹੀਂ ਹੋਇਆ ਸੀ, ਬਟ ਟੁਡੇ ਦੇ ਆਰ ਇਫੈਕਟਡ ਇਮੈਂਸਲੀ। ਗੁੱਡ ਡੇ, I'm Manjeet Madra and ਅੱਜ we are here for a mini debate and ਮੇਰੇ ਨਾਲ ਸਾਰੇ stakeholders, ਇੱਕ ਪਾਸੇ parents, दूसरे पासे school and management and then transporters, they are with me and ਅਸੀਂ ਸਾਰੇ ਇਕੱਠੇ ਹੋਏ ਹਾਂ ਇਸ ਵਿਸ਼ੇ ਤੇ ਚਰਚਾ ਕਰਨ ਲਈ ਕਿ ਸਕੂਲ ਫੀਸ ਜਿਹੜੀ ਹੈ ਆਨਲਾਈਨ ਪੜ੍ਹਾਈ ਲਈ ਕਿੰਨੀ ਦਿੱਤੀ ਜਾਵੇ ਸਕੂਲਸ ਨੂੰ। ਸੋ ਮੈਂ ਸਾਰਿਆਂ ਨੂੰ ਪਹਿਲਾਂ ਆਪਣੇ ਇੱਕ ਪੇਰੈਂਟ ਜਿਹੜੇ ਹੈ ਮਨਦੀਪ, ਉਹਨਾਂ ਨੂੰ ਇਹ ਪੁੱਛਣਾ ਚਾਹੂੰਗੀ ਕਿ ਸਕੂਲ ਫੀਸ ਦੇ ਬਾਰੇ ਇਸ ਪੱਖ ਤੁਹਾਡਾ ਕੀ ਪੱਖ ਹੈਗਾ ਕਿ ਸਕੂਲਾਂ ਨੂੰ ਕਿੰਨੇ % ਫੀਸ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਤੇ ਮਨਦੀਪ, ਤੁਸੀਂ ਐਜ਼ ਅ ਪੇਰੈਂਟ ਕੀ ਸੋਚਦੇ ਹੋ ਇਸ ਦੇ ਬਾਰੇ? ਮੈਮ ਮੈਂ ਇਸ ਚੀਜ਼ ਨਾਲ ਐਗਰੀ ਕਰਦੀ ਹਾਂ ਕਿ ਜਿਵੇਂ ਕਿ ਸਕੂਲਾਂ ਨੂੰ ਫੀਸ ਤਾਂ ਲੈਣੀ ਚਾਹੀਦੀ ਹੈ ਕਿ ਸਭ ਦਾ ਹੀ ਕੰਮ ਬੰਦ ਹੈ, ਕੋਈ ਵੀ ਨਹੀਂ ਦੇ ਸਕਦਾ ਫੁੱਲ ਫੀਸ ਨਾ। ਤੇ ਜਿਵੇਂ ਕਿ ਹੁਣ ਮੈਂ ਵੀ ਤਾਂ ਮਿਹਨਤ ਕਰ ਹੀ ਰਹੀ ਹਾਂ, ਫਿਰ ਫੁੱਲ ਫੀਸ ਤਾਂ ਬਣਦੀ ਨਹੀਂ। ਸਕੂਲ ਵਾਲੇ ਜਿੱਦਾਂ ਕਿ ਸਟੱਡੀ ਕਰਵਾ ਦਿੰਦੇ ਆ ਹੈ ਨਾ, ਤਾਂ ਮੇਰੇ ਹਸਬੈਂਡ ਹੈ ਨਹੀਂ ਇੱਥੇ, ਤਾਂ ਮੈਨੂੰ ਆਪਣੇ ਬੱਚੇ ਦੀ ਕੇਅਰ ਵੀ ਕਰਨੀ ਪੈਂਦੀ ਹੈ, ਘਰ ਵੀ ਸੰਭਾਲਣਾ ਪੈਂਦਾ ਹੈ ਤੇ ਨਾਲ ਨਾਲ ਮੈਂ ਸਟੱਡੀ ਵੀ ਕਰਾ ਰਹੀ ਹਾਂ। ਮੈਨੂੰ ਕੋਈ ਰੈਸਟ ਨਹੀਂ ਹੈਗੀ, ਕੁਝ ਨਹੀਂ, ਹਰ ਟਾਈਮ ਬੱਚੇ ਦੀ ਸਟੱਡੀ ਦੀ ਟੈਨਸ਼ਨ ਰਹਿੰਦੀ ਹੈ। ਤਾਂ ਫਿਰ ਮੈਮ ਅਸੀਂ ਫੁੱਲ ਫੀਸ ਕਿਉਂ ਦਈਏ ਜਦੋਂ ਕਿ ਬੱਚੇ ਨੂੰ ਸਟੱਡੀ ਫੁੱਲ ਮੈਂ ਕਰਵਾ ਰਹੀ ਹਾਂ, ਤਾਂ ਫੀਸ ਫੁੱਲ ਨਹੀਂ ਬਣਦੀ, ਦੇਣੀ ਚਾਹੀਦੀ ਹੈ ਬਟ ਕੁਝ % ਦੇਣੀ ਚਾਹੀਦੀ ਹੈ। ਓਕੇ, ਤੁਹਾਡਾ ਮੰਨਣਾ ਹੈ ਕਿ ਸਕੂਲਾਂ ਨੂੰ ਫੀਸ ਦੇਣੀ ਚਾਹੀਦੀ ਹੈ ਪਰ ਫੁੱਲ 100% ਨਹੀਂ, ਕੁਝ %। So let me ask the teachers what they have to say. Narinder, what do you think about it, what the parent is saying? Okay, मैं मानती ਹਾਂ ਕਿ ਪੇਰੈਂਟਸ ਵੀ ਪੜ੍ਹਾ ਰਹੇ ਨੇ, ਬਟ ਪੇਰੈਂਟਸ ਵੀ ਤਾਂ ਹੀ ਪੜ੍ਹਾ ਰਹੇ ਨੇ ਜੇ ਟੀਚਰਸ ਉਹਨਾਂ ਦੇ ਨਾਲ ਸਪੋਰਟ ਦੇ ਵਿੱਚ ਆਪਣੀ ਮਿਹਨਤ ਕਰ ਰਹੇ ਨੇ। ਇੱਕ ਟੀਚਰ ਨੂੰ ਕਲਾਸ ਵਿੱਚ ਜਾ ਕੇ ਪੜ੍ਹਾਉਣਾ ਬਹੁਤ ਸੌਖਾ ਹੁੰਦਾ ਹੈ, ਬਟ ਉਹੀ ਜਦੋਂ ਟੀਚਰ ਆਪਣੇ ਘਰ ਵਿੱਚ ਬੱਚੇ ਲਈ ਪੜ੍ਹਾਉਣ ਲਈ ਆਨਲਾਈਨ ਜਾਂ ਵੀਡੀਓਜ਼ ਅਪਲੋਡ ਕਰਦੀ ਹੈ, ਉਹਨੂੰ ਆਪਣੇ ਘਰ ਤੋਂ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿਉਂਕਿ ਉਹਨੇ ਆਪਣੇ ਘਰ ਪਰਿਵਾਰ ਨੂੰ ਵੀ ਦੇਖਣਾ। ਜਦੋਂ ਤੁਹਾਡੇ ਲਈ ਵੀਡੀਓਜ਼ ਬਣਾਉਣੀ ਹੈ, ਉਹਨੂੰ ਆਪਣਾ ਪੱਖੇ ਫੈਨ ਸਭ ਆਫ ਕਰਕੇ ਕਾਰਨਰ ਲੱਭਣਾ ਪੈਂਦਾ ਹੈ ਜਿੱਥੇ ਉਹਨੂੰ ਸਾਰੀ ਸਹੂਲਤਾਂ ਦੇ ਕੇ ਬੱਚੇ ਨੂੰ ਪੜ੍ਹਾ ਸਕੇ, ਸਮਝਾ ਸਕੇ, ਕਿਉਂਕਿ ਹਰ ਕਿਸੇ ਦੇ ਘਰ ਸਾਰੀ ਚੀਜ਼ਾਂ ਨਹੀਂ ਹੁੰਦੀਆਂ ਜਿੰਨੀ ਚੀਜ਼ਾਂ ਸਾਡੇ ਇਕਵਿਪਮੈਂਟਸ ਕਲਾਸ ਵਿੱਚ ਮਿਲਦੇ ਨੇ। ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਦੇ ਹਾਂ ਕਿ ਤੁਹਾਨੂੰ ਪੇਰੈਂਟਸ ਨੂੰ ਈਜ਼ੀਅਰ ਵੇ ਵਿੱਚ ਤੁਸੀਂ ਬੱਚੇ ਨੂੰ ਆਪ ਪੜ੍ਹਾ ਸਕੋ। ਤੁਸੀਂ ਆਪ ਕਿਤਾਬ ਕਾਪੀ ਚੱਕ ਕੇ ਨਹੀਂ ਪੜ੍ਹਾ ਸਕਦੇ, ਜਦ ਟੀਚਰ ਤੁਹਾਨੂੰ ਗਾਈਡ ਕਰਦੀ ਆ ਤਾਂ ਹੀ ਤੁਸੀਂ ਉਹਨੂੰ ਪੜ੍ਹਾ ਪਾ ਰਹੇ ਹੋ। ਤੁਸੀਂ ਆਪ ਕਾਪੀ ਚੱਕ ਕੇ ਪੜ੍ਹਾ ਕੇ ਬੱਚੇ ਨੂੰ ਸਾਰਾ ਸਿਲੇਬਸ ਤਾਂ ਕਰਵਾ ਨਹੀਂ ਸਕਦੇ। ਮੈਂ ਮੰਨਦੀ ਹਾਂ ਤੁਸੀਂ ਕਰਵਾ ਰਹੇ ਹੋ, ਅਸੀਂ ਬਹੁਤ ਧੰਨਵਾਦ ਆ ਤੁਹਾਡਾ, ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਸਾਡਾ ਵੀ ਚੱਲ ਰਿਹਾ ਕਿ ਅਸੀਂ ਬੱਚਿਆਂ ਨੂੰ ਪੜ੍ਹਾ ਪਾ ਰਹੇ ਹਾਂ। ਬਟ ਜੇ ਤੁਸੀਂ ਕਹੋ ਕਿ ਤੁਸੀਂ ਇਕੱਲੇ ਕਰਵਾ ਰਹੇ ਹੋ, ਆਈ ਡੋਂਟ ਥਿੰਕ ਕਿ ਇਹ ਤੁਹਾਡੀ ਗੱਲ ਪੂਰੀ ਮੰਨੀ ਜਾ ਸਕਦੀ ਹੈ। ਟੀਚਰਸ ਅਸੀਂ ਬਹੁਤ ਮਿਹਨਤ ਕਰਦੇ, ਅਸੀਂ ਆਪਣੇ ਪੱਖੇ ਬੰਦ ਕਰਕੇ ਕਾਰਨਰ ਲੱਭ ਕੇ ਉੱਥੇ ਜਾ ਕੇ ਵੀਡੀਓਜ਼ ਬਣਾਉਂਦੇ ਹਾਂ, ਅਸੀਂ ਐਡਿਟ ਕਰਦੇ ਹਾਂ ਤਾਂ ਕਿ ਅਸੀਂ ਕੋਸ਼ਿਸ਼ ਕਰਦੇ ਕਿ ਅਸੀਂ ਜਿੱਤ ਤੋਂ ਵੱਧ ਇੰਪਰੂਵਮੈਂਟਸ ਦੇ ਕੇ ਬੱਚੇ ਨੂੰ ਪੜ੍ਹਾਈਏ ਕਿ ਬੱਚੇ ਲਈ ਇੱਕ ਇੰਟਰੈਕਟਿਵ ਕਲਾਸ ਹੋਵੇ ਤੇ ਬੱਚਾ ਉਸ ਤੋਂ ਸਿੱਖੇ। ਮੈਮ ਮੈਂ ਮੰਨਦੀ ਹਾਂ ਕਿ ਤੁਸੀਂ ਸਹੀ ਕਹਿ ਰਹੇ ਹੋ ਕਿ ਤੁਸੀਂ ਵੀ ਘਰ ਬੈਠ ਕੇ ਮਿਹਨਤ ਕਰ ਰਹੇ ਹੋ ਬੱਚਿਆਂ ਲਈ, ਹੈ ਨਾ, ਸਟੱਡੀ ਕਰ ਰਹੇ ਹੋ, ਪਰ ਜਿਹੜੀ ਫੀਸ ਅਸੀਂ ਕੁਝ % ਦੇਣ ਨੂੰ ਕਹਿ ਰਹੇ ਹਾਂ ਕਿ ਸਕੂਲ ਨੂੰ ਦੇਣੀ ਚਾਹੀਦੀ ਹੈ, ਉਹ ਵੀ ਤੁਹਾਡੇ ਲਈ ਤੁਹਾਡੀ ਮਿਹਨਤ ਦੀ ਕਹਿ ਰਹੇ ਹਾਂ, ਕਿਉਂਕਿ ਬਾਕੀ ਤਾਂ ਚੀਜ਼ ਕੁਝ ਵੀ ਬੱਚਾ ਸਕੂਲ ਦੀ ਯੂਜ਼ ਨਹੀਂ ਕਰ ਰਿਹਾ, ਕੋਈ ਇਲੈਕਟ੍ਰਿਸਿਟੀ ਕੁਝ ਵੀ ਯੂਜ਼ ਨਹੀਂ ਕਰ ਰਿਹਾ। ਜਿਹੜੀ ਅਸੀਂ 50% ਕਹਿ ਰਹੇ ਹਾਂ ਕਿ ਕੁਝ ਹੋਣੀ ਚਾਹੀਦੀ ਹੈ, ਉਹ ਵੀ ਤੁਹਾਡੀ ਮਿਹਨਤ ਵਾਸਤੇ ਹੀ ਕਹਿ ਰਹੇ ਹਾਂ ਕਿ ਸਕੂਲ ਨੂੰ ਕੁਝ ਦੇਣੀ ਚਾਹੀਦੀ ਹੈ ਤਾਂ ਜੋ ਟੀਚਰਸ ਨੂੰ ਵੀ ਪੇ ਕਰ ਸਕਣ, ਕਿ ਉਹ ਵੀ ਸਾਡੀ ਤਰ੍ਹਾਂ ਹੀ ਪ੍ਰੋਬਲਮ 'ਚ ਨੇ। ਲੋਕਡਾਊਨ 'ਚ ਸਾਡੇ ਵਾਂਗੂ ਉਹਨਾਂ ਨੂੰ ਵੀ ਪ੍ਰੋਬਲਮ ਆ ਰਹੀਆਂ ਨੇ ਕਿ ਉਹਨਾਂ ਨੂੰ ਵੀ ਪੈਸੇ ਚਾਹੀਦੇ ਆਪਣਾ ਘਰ ਚਲਾਉਣ ਲਈ। ਓਕੇ, ਹੁਣ ਮੈਂ ਆਈ ਵੁੱਡ ਲਾਈਕ ਟੂ ਇਨਵਾਈਟ ਸਿਮਰਨ, ਮੈਂ ਜਿਹੜੇ ਕਿ ਸ਼ੀ ਇਜ਼ ਅਨਦਰ ਪੇਰੈਂਟ, ਮੈਂ ਉਹਨਾਂ ਦਾ ਪੱਖ ਸੁਣਨਾ ਚਾਹੂੰਗੀ
ਤੇ ਸਿਮਰਨ ਵਾਟ ਡੂ ਯੂ ਥਿੰਕ, ਤੁਸੀਂ ਕੀ ਸੋਚਦੇ ਹੋ ਇਸ ਬਾਰੇ ਕਿ ਸਕੂਲਾਂ ਨੂੰ ਇਸ ਆਨਲਾਈਨ ਕਲਾਸ ਲਈ ਕਿੰਨੇ ਪਰਸੈਂਟ ਫੀਸ ਦੇਣੀ ਚਾਹੀਦੀ ਹੈ? ਮੈਮ ਫੀਸ ਦੇਣੀ ਚਾਹੀਦੀ ਹੈ, ਮੈਂ ਇਹ ਨਹੀਂ ਕਹਿੰਦੀ ਕਿ ਬਿਲਕੁਲ ਨਹੀਂ ਦੇਣੀ ਚਾਹੀਦੀ, ਕਿਉਂਕਿ ਆਪਣੇ ਇੱਥੇ ਪੰਜਾਬ ਵਿੱਚ ਪ੍ਰਾਈਵੇਟ ਜੌਬਸ ਵਾਲੇ ਜ਼ਿਆਦਾ ਨੇ। ਜੇ ਉਹਨਾਂ ਦੀ ਪੇ ਅੱਧੀ ਕੱਟ ਰਹੀ ਹੈ ਤਾਂ ਸਕੂਲ ਵਾਲਿਆਂ ਨੂੰ ਵੀ ਕੰਪਰੋਮਾਈਜ਼ ਕਰਨਾ ਚਾਹੀਦਾ ਪੇਰੈਂਟਸ ਨਾਲ। ਤਾਂ ਉਹ ਕਿੱਥੋਂ ਪੇ ਕਰਨਗੇ? ਸਭ ਕੁਝ ਮਹਿੰਗਾ ਹੋ ਗਿਆ, ਮਤਲਬ ਆਪਾਂ ਲਗਾਈਏ ਪੈਟਰੋਲ ਡੀਜ਼ਲ ਹਰ ਚੀਜ਼ ਮਹਿੰਗੀ ਪਈ ਹੈ, ਉਹ ਕਿੱਥੋਂ ਖਰਚਾ ਕਰਨਗੇ? ਉਹਨਾਂ ਨੇ ਲੋਨ ਵੀ ਲਿੱਤੇ ਹੋਏ ਨੇ, ਪ੍ਰਾਈਵੇਟ ਜੌਬਸ ਵਾਲਿਆਂ ਨੇ ਸਭ ਕੁਝ ਕੀਤਾ ਹੋਇਆ, ਉਹ ਕਿਵੇਂ ਕਰਨਗੇ ਹੈਂਡਲ? ਤੁਸੀਂ ਮੈਨੂੰ ਇਹ ਦੱਸੋ। ਆਲ ਰਾਈਟ, ਸਰਕਾਰੀ ਨੌਕਰੀ ਵਾਲੇ ਨੇ ਉਹ ਤੇ ਉਹਨਾਂ ਦੀ ਤੇ ਹਾਂਜੀ। ਰੈਗੂਲਰ ਇਨਕਮ ਆ ਰਹੀ ਹੈ, ਬਟ ਜਿਹੜੇ ਪ੍ਰਾਈਵੇਟ ਜੌਬਸ ਵਾਲੇ ਨੇ ਦੇ ਆਰ ਅਫੈਕਟਡ ਐਂਡ ਉਹਨਾਂ ਦੀ ਸੈਲਰੀ ਵੀ ਕੱਟ ਡਾਊਨ ਹੋ ਕੇ ਮਿਲ ਰਹੀ ਹੈ ਤੇ ਦੇ ਆਰ ਫਾਈਂਡਿੰਗ ਲੋਟ ਆਫ ਹਾਰਡਸ਼ਿਪਸ ਐਂਡ ਲੋਟ ਆਫ ਚੈਲੰਜਸ। ਤੇ ਇਸ ਕਰਕੇ ਉਹਨਾਂ ਦੇ ਖਰਚੇ ਤਾਂ ਘੱਟ ਨਹੀਂ ਹੋਏ ਤੇ ਪੂਰੀ ਫੀਸ ਸਕੂਲ ਨੂੰ ਨਹੀਂ ਲੈਣੀ ਚਾਹੀਦੀ। So let me ask the staff, school on this. So Sunita, what do you think? ਤੁਸੀਂ ਕੀ ਸੋਚਦੇ ਹੋ ਕਿ are you agree with Simran? मैम आई एग्री, बट समटाइम्स अभी आपने कहा कि कोई प्राइवेट सेक्टर्स में है, उसी तरह हम भी एक प्राइवेट सेक्टर में ही काम कर रहे हैं, मेरे हस्बैंड भी प्राइवेट सेक्टर्स में हैं और हम भी अपना जो खर्चा है वैसे ही चला रहे हैं। हमें भी लोन भरना पड़ रहा है, हमारे भी वही खर्चे हैं, स्पेशली लैपटॉप लेना पड़ा बच्चों को, अच्छी तरह हमने अपनी की एक्स्ट्रा देने हैं, कुछ नया एफर्ट्स करके दिखाना है। और जैसे कि आपने भी बोला कि हाँ प्राइवेट सेक्टर में सैलरी नहीं मिल रही, कम मिल रही, ये सेम प्रॉब्लम हमारी है। अगर आप लोग हमें फीस नहीं देंगे तो यही चीज़ हम पे भी आती है कि हाँ फिर स्कूल भी हमें कोई पे नहीं करेगा इस चीज़ के लिए सैलरी। तो व्हाट अबाउट द टीचर्स की, टीचर्स को कैसे मिलेगा? ਓਕੇ ਮੈਮ, ਮੈਂ ਤੁਹਾਡੇ ਪੁਆਇੰਟ ਤੋਂ ਬਿਲਕੁਲ ਵਾਕਿਫ ਹਾਂ ਕਿ ਮੈਂ ਮੰਨਦੀ ਹਾਂ ਪ੍ਰਾਈਵੇਟ ਸੈਕਟਰਸ ਦੇ ਵਿੱਚ ਇਨਕਮ ਨਹੀਂ ਹੈ, ਬਟ ਉਸੇ ਪ੍ਰਾਈਵੇਟ ਸੈਕਟਰਸ ਦੇ ਨਾਮ ਤੇ ਜਦ ਬਾਕੀ ਦੇ ਪੇਰੈਂਟਸ ਜਿਹੜੇ ਫਾਰਮਰਸ ਨੇ ਜਿਨ੍ਹਾਂ ਦੇ ਐਤਕੀ ਬਹੁਤ ਜ਼ਿਆਦਾ ਵਧੀਆ ਫਸਲ ਹੋਈ ਹੈ, ਬੰਪਰ ਫਸਲ ਹੋਈ ਹੈ ਰਿਕਾਰਡ ਤੋੜ, ਜੇ ਉਹ ਵੀ ਉਸੇ ਨਾਮ ਤੇ ਆ ਕੇ ਸਾਡੇ ਤੋਂ ਫੀਸ ਦੇ ਵਿੱਚ ਕਟੌਤੀ ਮੰਗਣ ਕਿ ਸਾਨੂੰ ਡਿਸਕਾਊਂਟ ਦਿੱਤਾ ਜਾਵੇ, ਫਿਰ ਉਹ ਤਾਂ ਗੱਲ ਬਣਦੀ ਨਹੀਂ। ਅਸੀਂ ਵੀ ਮੰਨਦੇ ਹਾਂ, ਅਸੀਂ ਵੀ ਸਾਥ ਦਿੰਦੇ ਹਾਂ, ਸਾਡਾ ਮੈਨੇਜਮੈਂਟ ਵੀ ਸਕੂਲ ਦਾ ਮੈਨੇਜਮੈਂਟ ਸਾਥ ਦੇਊਗਾ, ਉਹ ਆਣ ਆਪਣੇ ਪ੍ਰੂਫ ਦਿਖਾਣ ਤੇ ਅਸੀਂ ਉਹਨਾਂ ਨੂੰ ਡਿਸਕਾਊਂਟ ਦੇਣ ਲਈ ਤਿਆਰ ਹੈ। ਜਿਨ੍ਹਾਂ ਨੂੰ ਪ੍ਰਾਈਵੇਟ ਸੈਕਟਰ 'ਚ ਬਿਲਕੁਲ ਹੀ ਇਨਕਮ ਨਹੀਂ ਆਈ ਹੈ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਅਸੀਂ ਤਾਂ ਇਹ ਤਾਂ ਨਹੀਂ ਕਹਿੰਦੇ ਕਿ ਸਾਰੇ ਪੇਰੈਂਟਸ ਫੀਸ ਨਾ ਪੇ ਕਰੋ, ਜਿਨ੍ਹਾਂ ਦੀ ਇਨਕਮ ਸੋਰਸ ਹੈਗੀ ਹੈ, ਜਿਨ੍ਹਾਂ ਨੂੰ ਆਈ ਹੈ ਇਨਕਮ, ਜਿਨ੍ਹਾਂ ਦੇ ਸਪੈਸ਼ਲੀ ਕਿਉਂਕਿ ਪੰਜਾਬ ਇੱਕ ਇੱਦਾਂ ਦਾ ਸਟੇਟ ਹੈ ਜਿੱਥੇ 70 to 80% ਫਾਰਮਿੰਗ ਤੇ ਆ, ਉਹਨਾਂ ਦੇ ਬਹੁਤ ਵਧੀਆ ਹੀ ਫਸਲ ਹੋਈ ਹੈ, ਬੰਪਰ ਰਿਕਾਰਡ ਹੋਇਆ ਕਹਿੰਦੇ ਨੇ, ਤੇ ਉਧਰ ਉਹਨਾਂ ਨੂੰ ਤਾਂ ਡਿਸਕਾਊਂਟ ਮੰਗਣਾ ਨਹੀਂ ਚਾਹੀਦਾ। ਕਹਿ ਰਹੇ ਹੋ ਕਿ ਫਾਰਮਰਸ ਨੂੰ ਇਸ ਵਾਰੀ ਕਾਫੀ ਪ੍ਰੋਫਿਟ ਹੋਇਆ ਹੈ। ਸਾਰੇ ਤਾਂ ਫਾਰਮਰ ਨਹੀਂ ਹੈਗੇ ਮੈਮ, ਤੇ ਸਕੂਲ ਵਾਲੇ ਐਵੇਂ ਵੀ ਨਹੀਂ ਕਰ ਸਕਦੇ ਕਿ ਫਾਰਮਰ ਜਿਹੜੇ ਆ ਉਹਨਾਂ ਤੋਂ ਫੀਸ ਪੂਰੀ ਲੈ ਲੈਣਗੇ, ਬਾਕੀਆਂ ਤੋਂ ਫੀਸ ਘੱਟ ਲੈ ਲੈਣਗੇ, ਕਿਉਂਕਿ ਸਕੂਲ ਵਾਲਿਆਂ ਨੇ ਤਾਂ ਸਾਰੇ ਬੱਚੇ ਸੇਮ ਹੈ ਨਾ, ਉਹ ਤਾਂ ਸਭ ਲਈ ਸੇਮ ਹੀ ਕਰਨਗੇ, ਜੋ ਵੀ ਫੀਸ ਵਗੈਰਾ ਲੈਣਗੇ ਉਹ ਤਾਂ ਸਭ ਲਈ ਸੇਮ ਹੋਏਗੀ। ਇਕੱਲੇ ਫਾਰਮਰ ਲਈ ਤਾਂ ਨਹੀਂ ਐਵੇਂ ਕਿ ਉਹ ਜ਼ਿਆਦਾ ਦੇ ਦੇਣਗੇ, ਬਾਕੀ ਪ੍ਰਾਈਵੇਟ ਵਾਲੇ ਘੱਟ ਦੇ ਦੇਣਗੇ, ਸਰਕਾਰੀ ਵਾਲੇ ਵੀ ਫੁੱਲ ਦੇ ਦੇਣਗੇ, ਸਭ ਲਈ ਸੇਮ ਹੋਏਗੀ ਮੈਮ ਉਹ ਤਾਂ। ਤੇ ਮੈਮ ਸਾਨੂੰ ਤਾਂ ਪ੍ਰੋਬਲਮ ਹੈਗੀ, ਅਸੀਂ ਫਾਰਮਰ ਤਾਂ ਹੈਗੇ ਨਹੀਂਗੇ, ਜਿੱਦਾਂ ਕਿ ਸਾਨੂੰ ਤਾਂ ਚਾਹੇ ਮੇਰੇ ਹਸਬੈਂਡ ਫੋਰਨ ਨੇ ਪਰ ਫਿਰ ਵੀ ਉੱਥੇ ਵੀ ਉਹਨਾਂ ਦਾ ਕੰਮ ਬੰਦ ਸੀਗਾ, ਅਸੀਂ ਵੀ 3 ਮਹੀਨੇ ਲਾਸ ਵਿੱਚ ਰਹੇ ਹਾਂ, ਅਸੀਂ ਫੁੱਲ ਫੀਸ ਕਿਵੇਂ ਦੇ ਸਕਦੇ ਹਾਂ? ਹੁਣ ਸਾਨੂੰ ਤਾਂ ਕੋਈ ਪ੍ਰੋਫਿਟ ਤਾਂ ਹੋਇਆ ਨਹੀਂਗਾ, ਅਸੀਂ ਸੇਮ ਤੁਹਾਡੇ ਵਾਂਗ ਹੀ ਹਾਂ, ਅਸੀਂ ਫੁੱਲ ਫੀਸ ਨਹੀਂ ਦੇ ਸਕਦੇ। ਸੋ ਇਸ ਲਈ ਮੇਰੀ ਸੁਜੈਸ਼ਨ ਹੈ ਕਿ ਜੋ ਨਹੀਂ ਦੇ ਸਕਦਾ ਉਹ ਇੱਕ ਐਪਲੀਕੇਸ਼ਨ ਲਿਖੇ ਐਂਡ ਆਪਦੇ ਪ੍ਰੂਫ ਲੈ ਕੇ ਆਵੇ। ਐਂਡ ਡੈਫੀਨਿਟਲੀ ਇੰਡੀਅਨਸ ਦੀ ਇੰਨੀ ਗੈਰਤ ਹੈ ਕਿ ਉਹ ਬਿਨਾਂ ਮਤਲਬ ਤੋਂ ਡਿਸਕਾਊਂਟ ਨਹੀਂ ਲੈਂਦੇ। ਤੁਸੀਂ ਥੋੜ੍ਹਾ ਬਹੁਤ ਕੋਈ ਬੈਂਕ ਸਟੇਟਮੈਂਟ ਪ੍ਰੂਫ ਸਰਵਿਸ ਇਹ ਲੈ ਆਓ ਐਂਡ ਹੋ ਸਕਦਾ ਸਕੂਲ ਤੁਹਾਨੂੰ ਹੁਣ ਹਰ ਪੇਰੈਂਟ ਨੂੰ ਇੰਨਾ ਇਕੁਅਲੀ ਲਾਸ ਨਹੀਂ ਹੋ ਰਿਹਾ, ਠੀਕ ਹੈ। ਜੇ ਇਕੁਅਲੀ ਲਾਸ ਨਹੀਂ ਹੋ ਰਿਹਾ ਤਾਂ ਸਾਰਿਆਂ ਨੂੰ ਆਪਾਂ ਸੇਮ ਦੁਰਬੀਨ ਨਾਲ ਨਹੀਂ ਵੇਖ ਸਕਦੇ। ਸੋ ਜਿਹਨੂੰ ਕੁਝ ਪੇਰੈਂਟਸ ਇਹੋ ਜਿਹੇ ਆ ਜਿਨ੍ਹਾਂ ਨੂੰ ਆਪਦੀ ਕਾਰਾਂ ਵੇਚਣੀਆਂ ਪੈ ਰਹੀਆਂ, ਸੋ ਉਹਨਾਂ ਤੋਂ ਅਸੀਂ ਜ਼ੀਰੋ ਐਜ਼ ਅ ਸਕੂਲ ਓਨਰ ਆਈ ਵੁੱਡ ਸੇ ਜ਼ੀਰੋ। ਬਟ ਹੁਣ ਇੱਕ ਬੰਦਾ ਹੈ ਉਹ ਅੱਛੀ ਫਾਰਮਿੰਗ ਕਰ ਰਿਹਾ ਹੈ, ਉਹਦੇ ਕੋਲ ਪੈਸਾ ਹੈ, ਸੋ ਮੈਂ ਹੁਣ ਸਾਰਿਆਂ ਤੋਂ ਜ਼ੀਰੋ ਨਹੀਂ ਕਰ ਸਕਦਾ। ਸੋ ਜਿੰਨਾ ਜਿੰਨਾ ਲਾਸ ਹੈ ਪ੍ਰੋਪੋਰਸ਼ਨੇਟਲੀ ਉਹਨਾਂ ਅਸੀਂ ਘਟਾ ਸਕਦੇ ਹਾਂ। ਜਿਹੜਾ ਤੁਸੀਂ ਕਹਿ ਰਹੇ ਹੋ ਇਹ ਮੇਰਾ ਖਿਆਲ ਹੈ ਜ਼ਿਆਦਾ ਤੋਂ ਜ਼ਿਆਦਾ 10% ਲੋਕ ਵੀ ਨਹੀਂ ਹੋਣੇ, 5-10%। ਇੰਨਾ ਕੁ ਸਕੂਲਾਂ ਨੂੰ ਰਾਈਟ ਹੁੰਦਾ ਹੈ ਕਿ ਉਹ ਬੱਚੇ ਫ੍ਰੀ ਪੜ੍ਹਾ ਸਕਦੇ ਆ, ਕਰ ਸਕਦੇ, ਉਹ ਕਰ ਸਕਦੇ ਆ, ਇਕਨੋਮਿਕਲੀ ਵੀਕਰ ਸੈਕਸ਼ਨ ਨੂੰ
ਖਾਸ ਕਰਕੇ ਕੁੜੀਆਂ ਨੂੰ ਪ੍ਰਾਈਮ ਮਿਨਿਸਟਰ ਦੀ ਇੱਕ ਯੋਜਨਾ ਹੈ ਬੇਟੀ ਪੜਾਓ ਬੇਟੀ ਬਚਾਓ। ਸੋ ਇਹ ਕਾਫੀ ਸਾਰੀ ਗਵਰਨਮੈਂਟ ਦੀਆਂ ਸਕੀਮਸ ਹੈ, ਕੰਪਨੀਆਂ ਵੀ ਹੈਲਪ ਕਰਦੀਆਂ ਸਕੂਲਾਂ। Okay, the school management ਦਾ ਇਹ ਮੰਨਣਾ ਹੈ ਕਿ only the fee waiver should be given only to those who are affected by COVID-19, the actually affected. ਕੁਐਸਚਨ ਪੁੱਟ ਕਰਨਾ ਚਾਹੁੰਦੀ ਹਾਂ ਕਿ ਜਦ ਅਸੀਂ ਸਕੂਲ ਯੂਜ਼ ਨਹੀਂ ਕਰ ਰਹੇ, ਸਾਡੇ ਬੱਚੇ ਸਕੂਲ ਆ ਨਹੀਂ ਰਹੇ, ਇਲੈਕਟ੍ਰਿਸਿਟੀ ਯੂਜ਼ ਨਹੀਂ ਕਰ ਰਹੇ, ਹੈ ਨਾ, ਕੁਝ ਮਤਲਬ ਕੁਝ ਵੀ ਯੂਜ਼ ਨਹੀਂ ਕਰ ਰਹੇ, ਟਰਾਂਸਪੋਰਟ ਯੂਜ਼ ਨਹੀਂ ਕਰ ਰਹੇ, ਤਾਂ ਅਸੀਂ ਪੈਸੇ ਕਿਉਂ ਦੇਈਏ? ਓਕੇ, ਤਾਂ ਸਿਮਰਨ ਦਾ ਇਹ ਮੰਨਣਾ ਹੈ ਕਿ ਇਹ ਪ੍ਰੋਡਕਟ ਯੂਜ਼ ਨਹੀਂ ਕਰ ਰਹੇ, ਇਹ ਬਿਲਡਿੰਗ ਯੂਜ਼ ਨਹੀਂ ਕਰ ਰਹੇ, ਏਸੀ ਯੂਜ਼ ਨਹੀਂ ਕਰ ਰਹੇ, ਟਰਾਂਸਪੋਰਟ ਯੂਜ਼ ਨਹੀਂ ਕਰ ਰਹੇ, ਤਾਂ ਵਾਈ should she be paying? ਤਾਂ I have transporter with me, so let me see what he has to say on. ਸਿਮਰ, ਤੁਹਾਡਾ ਕੀ ਮੰਨਣਾ ਹੈ, ਤੁਹਾਡਾ ਕੀ ਪੱਖ ਹੈ ਇਸ ਬਾਰੇ ਕਿ ਉਹ ਯੂਜ਼ ਨਹੀਂ ਕਰ ਰਹੇ ਬੱਸਸ, ਤਾਂ why should they be paying transport fees? ਅਸੀਂ ਆਪਣਾ ਖਰਚੇ ਕਰਦੇ ਹਾਂ, EMI ਦੇਣੀ ਹੈ, ਉਸ ਤੋਂ ਇੰਸ਼ੋਰੈਂਸ ਵੀ ਦੇਣੀ ਹੈ, ਸਰਕਾਰ ਦੇ ਖਰਚੇ ਵੀ ਦੇਣੇ ਆ, ਟੈਕਸ ਵੀ ਦੇਣਾ ਹੈ, ਠੀਕ ਹੈ। ਉਹ ਸਾਡਾ ਕੋਈ ਕਿਸੇ ਨੇ ਮਾਫ ਨਹੀਂ ਕੀਤਾ, 1 ਰੁਪਿਆ ਵੀ ਮਾਫ ਨਹੀਂ ਕੀਤਾ ਸਾਡਾ ਕਿਸੇ ਵੀ ਸਰਕਾਰ ਨੇ, ਤੇ ਨਾ ਹੀ ਸਾਡੀ ਕਿਸੇ ਬੈਂਕ ਨੇ ਮਦਦ ਕੀਤੀ ਹੈ। ਤੇ ਦੂਜੀ ਗੱਲ ਕਿ ਇਹ ਬੱਸਾਂ ਸਿਰਫ ਅਸੀਂ ਤੁਹਾਡੇ ਲਈ ਹੀ ਲੈ ਕੇ ਆਏ ਸੀ ਕਿ ਤੁਹਾਡੇ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਸਕੂਲ ਤੱਕ ਸੇਫ ਲੈ ਕੇ ਆਈਏ, ਠੀਕ ਹੈ। ਮੰਨਦਾ ਮੈਂ ਅੱਜ ਕਿ ਅੱਜ ਬੱਸਾਂ ਇਹ ਨਹੀਂ ਚੱਲ ਰਹੀਆਂ, ਪਰ ਉਹਦੇ ਨਾਲ ਸਾਡਾ ਕੀ ਖਰਚਾ ਘਟਿਆ? ਸਿਰਫ ਅਤੇ ਸਿਰਫ ਇੱਕ ਤੇਲ ਦਾ ਖਰਚਾ ਘਟਿਆ, ਬਾਕੀ ਸਾਰੇ ਸਾਡੇ ਖਰਚੇ ਉੱਥੇ ਹੀ ਨੇ। ਅਸੀਂ ਸਿਰਫ ਇਹੀ ਕਹਿੰਦੇ ਆ ਕਿ ਜਾਂ ਤਾਂ ਸਾਡੇ ਸਾਰੇ ਖਰਚੇ ਮਾਫ ਕਰ ਦਿਓ, ਨਹੀਂ ਤਾਂ ਫਿਰ ਸਾਨੂੰ ਜੋ ਸਾਡਾ ਐਕਚੁਅਲ ਜੋ ਖਰਚਾ ਬਣਦਾ ਹੈ ਕਿ ਉਹ ਦੇਣਾ ਚਾਹੀਦਾ। ਤੇਲ ਦਾ ਖਰਚਾ ਘਟਿਆ ਹੈ, ਬਾਕੀ ਉਹਨਾਂ ਦੀ EMIs and other things are intact, right? So what Payal, I have to ask you from school side ki they are not using building, they are not using ACs, so why should they be paying the fees? So what you have to say on this? Yes, I agree, वो बिल्कुल सही कह रही है, बट अब जैसे बिल्डिंग इतनी बड़ी बिल्डिंग है एंड इलेक्ट्रिसिटी बिल जो हमारा फिक्स लीज दैट इज 1.5 लाख रुपये आता है जब यूज़ नहीं हो रहा, एंड जब यूज़ होगा तो 5 लाख प्लस वो हो जाता है। एंड Right. हम लोगों ने इलेक्ट्रिसिटी लाइन पूरी कनेक्टेड की है, अगर हम अभी काटेंगे उस पर अलग खर्चा, बाद में फिर हम वापस उसको कनेक्ट करेंगे, वी विल हैव टू पे अगेन। सो Okay. यस, So there's a fixed expenditure involved. You लाइक mean to say. इंटरनेट यूज हो रहा है अभी, उसका भी अलग खर्चा आता है, लाइक फिर Right. कंप्यूटर्स यूज होंगे। So her question was that why should she pay the entire fee? So do you think? यस, इट कैन बी कट डाउन, बट Okay. हमें भी Right. भरना ਮੈਮ है। ਅਸੀਂ ਵੀ ਆਪਣੇ ਐਕਸਟਰਾ ਖਰਚੇ ਸਟਾਰਟ ਕੀਤੇ ਨੇ ਕਿਉਂਕਿ ਸਾਡੇ ਘਰ ਇੰਟਰਨੈਟ ਨਹੀਂ ਸੀ, ਹੁਣ ਅਸੀਂ ਇੰਟਰਨੈਟ ਤੇ ਵੀ 1500 ਦੇ ਰਹੇ ਹਾਂ, ਪਲੱਸ ਏਸੀ ਚੱਲਦੇ ਨੇ, ਪਲੱਸ ਇਲੈਕਟ੍ਰਿਸਿਟੀ ਦੁਬਾਰਾ ਬਹੁਤ ਜ਼ਿਆਦਾ ਲੱਗ ਰਹੀ ਹੈ, ਉਹਦੇ ਖਰਚੇ ਕੌਣ ਦੇਗਾ? ਪਹਿਲਾਂ ਵੀ ਤਾਂ ਫੀਸ ਦਿੰਦੇ ਸੀ, ਅਸੀਂ ਕਦੇ ਇਹ ਤਾਂ ਨਹੀਂ ਪੁੱਛਿਆ ਸੀ ਕਿ ਤੁਸੀਂ ਇਲੈਕਟ੍ਰਿਸਿਟੀ ਕਿੰਨੀ ਦੀ ਯੂਜ਼ ਕਰ ਰਹੇ ਹੋ, ਕੀ ਕਰ ਰਹੇ ਹੋ। ਹੁਣ ਇਸ ਵਾਰ ਸਭ ਦੀ ਪ੍ਰੋਬਲਮ ਹੈ, ਸਭ ਕਿਸੇ ਦੀ ਪ੍ਰੋਬਲਮ ਹੈ, ਇਸ ਲਈ ਅਸੀਂ ਕਹਿ ਰਹੇ ਹਾਂ ਕਿ ਅਸੀਂ ਫੀਸ ਨਹੀਂ ਦੇ ਸਕਦੇ, ਫੁੱਲ ਫੀਸ ਨਹੀਂ ਦੇ ਸਕਦੇ, ਸਕੂਲ ਨੂੰ ਫੀਸ ਮਾਫ ਕਰਨੀ ਪਏਗੀ। Right, right. All right, and I would like to invite another parent, Mr. Charanjeet. So मैं ਉਹਨਾਂ ਨੂੰ ਪੁੱਛਦੀ ਆ ਉਹਨਾਂ ਦਾ ਕੀ ਪੱਖ ਹੈ ਇਹ ਸਾਰੀਆਂ ਗੱਲਾਂ ਬਾਰੇ, ਉਹ ਕੀ ਸੋਚਦੇ, ਤੁਸੀਂ ਕੀ ਸੋਚਦੇ ਹੋ ਚਰਨਜੀਤ? ਮੈਨੂੰ ਇੱਕ ਚੀਜ਼ ਸਮਝ ਨਹੀਂ ਆਉਂਦੀ, 47 ਚ ਅਸੀਂ ਇੰਡੀਪੈਂਡੈਂਸ ਲਿੱਤੀ, ਉਸ ਤੋਂ ਬਾਅਦ ਇੰਨੇ ਸਾਲ 70-72 ਸਾਲ ਹੋ ਗਏ, ਹਰ ਵਾਰ ਅਸੀਂ ਸਾਰੀ ਫੀਸ ਦੇ ਰਹੇ ਹਾਂ, ਸਭ ਕੁਝ ਦੇ ਰਹੇ ਹਾਂ, ਅਰਥਕੁਏਕ ਆਏ, ਵਾਰ ਆਇਆ, ਐਵਰੀ ਟਾਈਮ ਵੀ ਆਰ ਪੇਇੰਗ ਫੀਸ। ਅਸੀਂ ਨਹੀਂ ਕਦੀ ਕਿਹਾ ਫੀਸ ਮਾਫ ਕਰੋ ਜਾਂ ਕੁਝ ਕਰੋ, ਲੇਕਿਨ ਇਹ ਸਿਚੁਏਸ਼ਨ ਹੀ ਕੈਸੀ ਆ ਗਈ ਪੈਂਡੇਮਿਕ ਕਰਕੇ ਕਿ ਹਰ ਕੋਈ ਇਹਦੇ ਵਿੱਚ ਉਲਝ ਕੇ ਰਹਿ ਗਿਆ। ਅਗਰ ਆਪਾਂ ਦੇਖੀਏ 90s ਔਰ 2000 ਦਾ ਜਦ ਪ੍ਰਮੋਟ ਹੁੰਦਾ ਕੋਈ ਐਡਮਿਸ਼ਨ ਚਾਰਜ ਦੁਬਾਰਾ ਨਹੀਂ ਲਿੱਤਾ ਜਾਂਦਾ ਸੀ ਬੱਚੇ ਤੋਂ, ਰਾਈਟ। ਉਸ ਟਾਈਮ ਇੱਕ ਫੀਸ ਹੁੰਦੀ ਸੀ, ਦੈਟਸ ਆਲ, ਉਹੀ ਚੱਲਦੀ ਸੀ। ਅੱਜ ਬਾਈਫਰਕੇਟ ਕਰਕੇ ਟਿਊਸ਼ਨ ਫੀ ਹੈ, ਕੰਪਿਊਟਰ ਫੀ ਹੈ, ਐਕਸਕਰਸ਼ਨ ਫੀ ਹੈ, ਸੋ ਮੈਨੀ ਫੀਸ ਯੂ ਹੈਵ ਇਨਕਲੂਡਡ, ਠੀਕ ਹੈ ਨਾ। ਅਸੀਂ ਕਦੀ ਉਹ ਨਹੀਂ ਕਿਹਾ ਕਿ ਨਹੀਂ ਜੀ ਤੁਸੀਂ ਇਹ ਕਿਉਂ ਲਗਾਤੀ, ਇਹ ਕਿਉਂ ਲਗਾਤੀ, ਵੀ ਆਰ ਜਸਟ ਪੇਇੰਗ, ਤੁਸੀਂ ਜੋ ਕਿਹਾ ਅਸੀਂ ਪੇ ਕਰ ਰਹੇ ਹਾਂ, ਹੈ ਨਾ। ਹੁਣ ਇਹ 7-8 ਮਹੀਨੇ ਜਾਂ 1 ਸਾਲ ਸਾਡੇ ਲਈ ਪ੍ਰੋਬਲਮ ਦਾ ਟਾਈਮ ਹੈ। ਜਿੱਦਾਂ ਮੈਡਮ ਨੇ ਵੀ ਕਿਹਾ ਕਿ ਉਹਨਾਂ ਦੇ ਹਸਬੈਂਡ ਬਾਹਰ ਹੈ, ਉਹ ਵੀ ਨਹੀਂ ਦੇ ਸਕਦੇ, ਜਿੱਦਾਂ ਇਹਨਾਂ ਨੇ ਕਿਹਾ ਪ੍ਰਾਈਵੇਟ ਹੈ, ਆਪ ਹੈ, ਇਹ ਵੀ ਨਹੀਂ ਦੇ ਸਕਦੇ। ਤੇ ਕੀ ਸਕੂਲ ਮੈਨੇਜਮੈਂਟ ਕੋਲ ਇੰਨਾ ਪੈਸਾ ਵੀ ਨਹੀਂ ਹੈ ਕਿ ਇੱਕ ਸਾਲ ਜਾਂ 8-9 ਮਹੀਨੇ ਜੋ ਵੀ ਇਹ ਟਾਈਮ ਹੈ ਪੇਰੈਂਟਸ ਨੂੰ ਸੰਭਾਲ ਸਕਣ। ਅਸੀਂ ਵੀ ਤਾਂ ਤੁਹਾਨੂੰ ਦਿੰਦੇ ਆ ਰਹੇ ਹਾਂ, ਰਾਈਟ। ਅਸੀਂ ਅੱਜ ਤੱਕ ਕਦੇ ਨਹੀਂ ਕਿਹਾ ਸਾਡੀ ਫੀਸ ਮਾਫ ਕਰ ਦਿਓ ਜੀ, ਇਸ ਮਹੀਨੇ ਅਰਥਕੁਏਕ ਆ ਗਿਆ, ਬਾੜ ਆ ਗਈ, ਉਹ ਆ ਗਿਆ। ਸਾਡੇ ਤੇ ਔਖਾ ਟਾਈਮ ਹੈ, ਤਾਂ ਬੈਟਰ ਸਕੂਲ ਮੈਨੇਜਮੈਂਟ ਨੂੰ ਕੁਝ ਸੋਚਣਾ ਚਾਹੀਦਾ, ਸਾਡਾ ਸਾਥ ਦੇਣਾ ਚਾਹੀਦਾ। ਰਾਈਟ। ਸੋ ਚਰਨਜੀਤ ਜੀ ਨੇ ਆਪਣਾ ਪੱਖ ਰੱਖਿਆ ਕਿ ਇਹ ਔਖੀ ਘੜੀ ਹੈ, ਅਸੀਂ ਤੁਹਾਡੇ ਤੋਂ ਕਦੇ ਨਹੀਂ ਪੁੱਛਿਆ
ਤੇ ਇਸ ਸਿਚੁਏਸ਼ਨ 'ਚ ਸਾਨੂੰ ਸਕੂਲ ਮੈਨੇਜਮੈਂਟ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ। ਸੋ ਆਈ ਥਿੰਕ ਲੈਟ ਮੀ ਆਸਕ ਸਕੂਲ ਮੈਨੇਜਮੈਂਟ, ਵੀ ਹੈਵ ਮਿਸਟਰ ਪੁਸ਼ਪਿੰਦਰ ਸਿੰਘ ਵਿਦ ਅਸ who is a part of school management. Schools, although ਉਹਨਾਂ ਨੂੰ ਜ਼ੀਰੋ ਪ੍ਰੋਫਿਟ ਜ਼ੀਰੋ ਲਾਸ ਤੇ ਚੱਲਣਾ ਚਾਹੀਦਾ ਹੈ, ਬਟ ਸਾਰੇ ਸਕੂਲਸ ਨਹੀਂ ਚੱਲਦੇ, ਸਿਰਫ ਮਿਸ਼ਨਰੀ ਸਕੂਲਸ ਚੱਲਦੇ ਹੈ। ਗਵਰਨਮੈਂਟ ਸਕੂਲਸ ਚਲੋ ਫ੍ਰੀ ਹੈ ਬਿਲਕੁਲ, ਐਂਡ ਪ੍ਰਾਈਵੇਟ ਅਨਏਡਡ ਸਕੂਲਸ 'ਚੋਂ ਬਹੁਤ ਘੱਟ ਸਕੂਲਸ ਹੈ ਜੋ ਪ੍ਰੋਫਿਟ ਨਹੀਂ ਬਣਾ ਰਹੇ। ਇਹ ਇੱਕ ਬੜੀ ਸਿੰਪਲ ਜੀ ਕੈਲਕੂਲੇਸ਼ਨ ਹੈ, ਐਂਡ ਇਹ ਕੋਈ ਵੀ ਕਰ ਸਕਦਾ ਹੈ। ਨੰਬਰ ਆਫ ਸਟੂਡੈਂਟਸ ਮਲਟੀਪਲਾਈਡ ਬਾय ਦ ਫੀਸ, ਨੰਬਰ ਆਫ ਟੀਚਰਸ ਮਲਟੀਪਲਾਈਡ ਬਾय ਦ ਸੈਲਰੀਜ਼, ਟੋਟਲ ਇਲੈਕਟ੍ਰਿਸਿਟੀ, ਇੰਟਰਨੈਟ ਲੀਜ਼ ਲਾਈਨ ਦਾ ਤੁਸੀਂ ਖਰਚਾ ਕੱਢ ਲਓ 5-6 ਲੱਖ ਸਾਲ ਦਾ, ਬਾਕੀ ਸਾਰੇ ਹੋਰ ਖਰਚੇ ਮਾਈਨਸ ਕਰ ਦਿਓ। ਸੋ ਮੇਰਾ ਮੰਨਣਾ ਹੈ ਕਿ 25% ਸਕੂਲਸ ਪ੍ਰੋਫਿਟ ਬਣਾਉਂਦੇ ਆ, ਸਾਰੇ ਨਹੀਂ ਬਟ ਲੋਟ ਆਫ them। ਸਭ ਤੋਂ ਪਹਿਲੀ ਗੱਲ ਹੈ ਕਿ ਸਕੂਲਸ ਨੂੰ ਇਹ ਪ੍ਰੋਫਿਟ ਬਣਾਉਣਾ ਨਹੀਂ ਚਾਹੀਦਾ, ਸਪੈਸ਼ਲੀ ਨਾਟ ਦਿਸ ਈਅਰ। ਇੱਕ ਸਕੂਲ ਬੰਦਾ ਖੋਲਦਾ ਹੈ, ਉਹਦੇ ਕੋਲੇ ਸਿਰਫ ਕਾਰ ਹੁੰਦੀ ਹੈ, ਹੌਲੀ ਹੌਲੀ ਉਹ ਕੋਠੀ ਸ਼ੈਲਰ ਸਭ ਕੁਝ ਬਣਾ ਜਾਂਦਾ। ਉਹ ਕਿੱਥੋਂ ਬਣਾਉਂਦਾ? ਉਹ ਸਕੂਲ ਤੋਂ ਹੀ ਬਣਾ ਰਿਹਾ, ਉਹਦਾ ਹੋਰ ਕੋਈ ਕੰਮ ਨਹੀਂ ਹੈ। ਜਦੋਂ ਅਸੀਂ ਵੀ ਸਕੂਲ ਖੋਲ੍ਹੇ, ਅਸੀਂ ਹੁਣ ਆਉਂਦੇ ਹੀ ਜਦੋਂ ਪੈਂਡੇਮਿਕ ਸ਼ੁਰੂ ਹੋਇਆ ਸੀ, ਅਸੀਂ ਕਿਹਾ ਨਹੀਂ ਮਦਰਸ ਦੀ ਪ੍ਰੋਬਲਮ ਬਹੁਤ ਹਾਈ ਹੈ, ਸਾਡੇ ਕੋਲੇ ਤਾਂ ਸਕੂਲ ਖੋਲ੍ਹੇ ਤਾਂ ਪੈਸਾ ਪਿਆ ਹੈ, ਅਸੀਂ ਆਪਦੇ ਪੈਸੇ 'ਚੋਂ ਦੇਵਾਂਗੇ। ਸੋ ਅਸੀਂ ਕਿਹਾ ਲੋਕਡਾਊਨ ਦੇ ਦੌਰਾਨ ਨੋ ਫੀਸ, ਬਿਲਕੁਲ ਫ੍ਰੀ ਕਰਤਾ। ਲੋਕਡਾਊਨ ਚੱਲਿਆ ਅਪ੍ਰੈਲ 'ਚ, ਮਈ 'ਚ, ਫਿਰ जून पीएम ने आपकी मन की बात कहता कि अब अनलॉकडाउन स्टार्ट हो गया, बट ਇਹਦਾ मतलब ਹੁਣ ਸਾਨੂੰ लॉकडाउन ਦੇ ਤਾਂ 2 ਮਹੀਨੇ ਕੱਟ ਕੇ ਬਾਕੀ ਲੈ ਲੈਣੀ ਚਾਹੀਦੀ ਸੀ ਫੀਸ, बट मेरा दिल नहीं मान रहा। एंड मैं सोचा कि कोई ना कोई सोल्यूशन होना चाहिए, ना टीचरां दे ना पेरेंट्स दी, सारियां दी प्रॉब्लम्स है। एक बहुत अच्छा क्या किसी ने कि जो कि बिल्कुल ही फाइनैंशियली ख़त्म हो गया है उन्होंने एग्जामिशन मिलनी चाहिए। ये गवर्नमेंट भी इंश्योर कर रही है कि एग्जामिशन मिलेगी, बट सारियां नूं नहीं। गवर्नमेंट ने कहा सारियां नूं नहीं। हुण सब तो पहला आप उस चीज़ की गल करिए जो बच्चे, इन कंक्लूजन व्हाट आई एम सेइंग इज कि एक बच्चा वो स्कूल जिन्नी पढ़ाई करता सी उन्नी घरे नहीं कर पा रहा। ये तो सारिਆਂ ਨੂੰ ਮੰਨਣਾ ਪੈਣਾ, ਚਾਹੇ ਟੀਚਰ ਕਿੰਨੀ ਹੀ ਮਿਹਨਤ ਕਰਨ। ਸਾਡੇ ਟੀਚਰਸ ਹੁਣ 12 ਵਜੇ ਤੱਕ ਅਪਰੂਵਲ ਜਾਂਦੇ ਇਹਨਾਂ ਦੇ ਵੀਡੀਓਜ਼ ਦੇ, ਫਿਰ ਉੱਥੋਂ ਕੰਮ ਆਉਂਦਾ ਹੈ, ਉਹ ਸ਼ਾਮ ਨੂੰ ਆਉਂਦਾ ਅਗਲੇ ਦਿਨ, ਉਹ ਚੈੱਕ ਕਰਦੇ ਆ, ਫਿਰ ਰਾਤ ਨੂੰ 12 ਵਜੇ ਤੱਕ ਵੀਡੀਓਜ਼ ਬਣਾਉਂਦੇ ਬਿਨਾਂ ਪੱਖਿਆਂ ਤੋਂ, ਕਿਉਂਕਿ ਕੋਈ ਵੀ ਸਾਹਮਣੇ ਉਹ ਸਾਰਾ ਇਹ ਦੱਸ ਚੁੱਕੇ। ਫਿਰ ਵੀ ਇੱਕ ਬੱਚਾ ਜੋ ਘਰੇ ਬੈਠਾ ਹੈ, ਉਹਦੇ ਸਿਰ ਤੇ ਕੋਈ ਡਰ ਨਹੀਂ ਹੈ, ਕੋਈ ਡਿਸਪਲਿਨ ਨਹੀਂ ਹੈ। उन्हें आपकी मदर ਨੂੰ वैसे ही बच्चे जो बॉयज़ है वो कुछ नहीं ज़्यादा नहीं समझते, सिर्फ प्यार करते, पढ़ाई नहीं सुनते। जे फादर घरे रहिंदा है तो जे वो इंटरस्ट लैंदा है तो साडे हुण जिवें 50-60% स्टूडेंट्स पढ़ भी रहे, उन्होंने काम बिल्कुल अच्छा आ रहा। जिहड़े 30-40% है उन्होंने फादर इंटरस्टेड नहीं है या बाहर गए हुए हैं या है नहीं, सो मदर तो प्रॉब्लम आ गई है। एंड वी अंडरस्टैंड दैट वेरी वेल, ਸਾਨੂੰ ਦੁੱਖ ਵੀ ਹੁੰਦਾ, ਬਟ ਆਪਾਂ ਇਹ ਸਾਰੀ ਇਹਦੇ 'ਚ ਜਦੋਂ ਤੁਸੀਂ ਐਜ਼ ਪੇਰੈਂਟਸ ਇੱਕ ਬੱਚਾ ਦਿੰਦੇ ਹੋ, ਸਪੈਸ਼ਲੀ ਮੈਨੂੰ ਜੇ ਦਿੰਦੇ ਹੋ, ਤਾਂ ਉਹਦੀ ਪੂਰੀ ਜ਼ਿੰਮੇਵਾਰੀ ਚਾਹੇ ਤੁਸੀਂ ਦਿਓ ਨਾ ਦਿਓ ਮੈਂ ਲੈ ਲੈਂਦਾ ਹੁੰਦਾ। ਮੈਂ ਇੱਥੋਂ ਤੱਕ ਜ਼ਿੰਮੇਵਾਰੀ ਲੈਂਦਾ ਕਿ ਮੈਂ ਤੁਹਾਡੇ ਘਰਾਂ 'ਚ ਬੱਚੇ ਦਾ ਸਟੱਡੀ ਟੇਬਲ ਵੀ ਚੈੱਕ ਕਰਨਾ ਚਾਹੁੰਦਾ। वो भी टीचर आएंगे, इंस्पैक्शन करेंगे भी लाइट्स लगी हैं, यदि अखा नहीं खराब हो रही, हर साल दोनों अखा का सर्टिफिकेट, मतलब एक हाई लैवल की केयर जा रही है। असी बच्चे को ले लिया, असी इत्थे ही ट्यूशनस वगैरह सारा कराना। हुण जे इस मॉडल ऑफ एजुकेशन थले ये जरूरी है कि जो इस साल बच्चा नहीं कर पा रहा, जो सानू थोड़े नालों ज़्यादा पता है कि वो की नहीं कर पा रहा, वो साडे ते टेंशन ज़्यादा है। असी ही उन्होंने कराना, चाहे स्कूल अगले महीने खुल जाए, चाहे 4 महीनों बाद, अजे तो 2-3 महीनों का ही बंद है, 3 मंथ्स जो तुसी समर हॉलीडेज लो, वो सारी स्ट्रेस साडे ते। जे पूरा साल जे नवंबर तक नहीं खुलिया
ਐਂਡ ਉਸ ਤੋਂ ਬਾਅਦ ਖੁੱਲਿਆ, ਉਹ ਜਿਹੜੀ ਟੈਨਸ਼ਨ ਹੈ ਉਹਦੇ ਸਿਲੇਬਸ ਦੀ ਉਹ ਅਗਲੇ ਸਾਲ ਤੇ ਸਪਿਲ ਓਵਰ ਹੋ ਜਾਏਗੀ। ਐਂਡ ਉਦੋਂ ਜਦੋਂ ਸਾਡੇ ਤੇ ਇੰਨੀ ਸਟ੍ਰੈਸ ਹੋਏਗੀ, ਅਸੀਂ ਨਹੀਂ ਕਵਾਂਗੇ ਹੁਣ ਸਾਡੇ ਤੇ ਸਕੂਲ ਅਸੀਂ ਖੋਲ੍ਹ ਗਏ, ਹੁਣ ਅਸੀਂ ਉਹ ਸਿਲੇਬਸ ਪੁਰਾਣਾ ਵੀ ਕਰਾ ਰਹੇ ਹਾਂ, ਹੁਣ ਤੁਸੀਂ ਸਾਨੂੰ 50% ਐਕਸਟਰਾ ਫੀਸ ਦਿਓ ਜਾਂ ਕੁਝ ਕਰੋ, ਉਦੋਂ ਤਾਂ ਅਸੀਂ ਉਸੇ ਫੀਸ ਤੇ ਕਰਾਂਗੇ। ਬਟ ਇਹਦਾ ਇਹ ਮਤਲਬ ਨਹੀਂ ਕਿ ਸਕੂਲ ਇਸ ਸਾਲ ਪ੍ਰੋਫਿਟ ਕਮਾਏ। ਇਹ ਦੋ ਚੀਜ਼ਾਂ ਬਹੁਤ ਸੈਪਰੇਟ ਹੈ। ਫੀਸ ਦੇ ਅੰਦਰ ਬਹੁਤ ਜ਼ਿਆਦਾ ਪਰਸੈਂਟੇਜ ਪ੍ਰੋਫਿਟ ਦਾ ਹੁੰਦਾ ਹੈ ਜੋ ਕਿ ਇਲੀਗਲ ਹੈ, 25 ਤੋਂ 30%, ਉਹ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਇਹ ਹੈ, ਠੀਕ ਹੈ। ਸੋ ਜੇ ਤੁਸੀਂ 100% ਫੀਸ ਦਿੰਦੇ ਸੀ, ਹੁਣ ਇਸ ਸਾਲ 70% ਤਾਂ ਤੁਸੀਂ ਸਿੱਧਾ ਆ ਜਾਓ, ਕਿਉਂਕਿ ਇਸ ਸਾਲ ਸਕੂਲ ਨੇ ਪ੍ਰੋਫਿਟ ਨਹੀਂ। ਬਟ ਤੁਸੀਂ ਇਹ ਵੀ ਨਹੀਂ ਕਿ ਇੱਕ ਸਕੂਲ ਹੈ, ਅਸੀਂ ਆਪਾਂ ਜਦੋਂ ਬੱਚਾ ਦਿੰਦੇ ਹਾਂ ਆਪਾਂ ਸਿਰਫ ਪੜ੍ਹਾਈ ਵਾਸਤੇ ਨਹੀਂ ਦਿੰਦੇ, ਆਪਾਂ ਉਹਨੂੰ ਪ੍ਰਮੋਸ਼ਨ ਦੀ ਸਿਰਫ ਪਾਵਰ ਸਕੂਲ ਕੋਲੇ ਹੁੰਦੀ ਹੈ। ਪ੍ਰਮੋਸ਼ਨ ਕਰਨ ਤੋਂ ਪਹਿਲਾਂ ਉਹਨਾਂ ਦੀ ਜ਼ਿੰਮੇਵਾਰੀ ਹੈ, ਇੱਕ ਐਜੂਕੇਸ਼ਨ ਡਿਪਾਰਟਮੈਂਟ ਹੈ, ਇੱਕ CBSE ਹੈ ਜੋ ਬਹੁਤ ਸਟ੍ਰਿਕਟ ਹੈ, ਬੱਚਿਆਂ ਨੂੰ ਮੋਨੀਟਰ ਕਰ ਰਿਹਾ ਹੈ। ਉਹ ਸਾਰਾ ਸਕੂਲ ਨੇ ਆਪਣੀ ਜ਼ਿੰਮੇਵਾਰੀ ਨਿਭਾਣੀ ਹੈ। ਐਂਡ ਜੇ ਅੱਜ ਪੇਨ ਨਹੀਂ ਹੈ ਨਾ, ਬਟ ਇਹ ਪੇਨ ਇਵੈਂਚੁਅਲੀ ਆਏਗੀ। ਤੁਸੀਂ ਪੇਰੈਂਟਸ ਨੂੰ ਮੈਂ ਕਹਿੰਦਾ, ਤੁਸੀਂ ਬਿਲਕੁਲ ਬੇਝਿਜਕ ਹੋ ਜਾਓ ਕਿ ਜੋ ਅੱਜ ਨਹੀਂ ਕਰਾ ਪਾ ਰਹੇ ਇਹ ਤਾਂ ਅਸੀਂ ਕਰਾਵਾਂਗੇ। ਮੈਂ ਹਰ ਸਕੂਲ ਵੱਲੋਂ ਕਹਿ ਰਿਹਾ, ਹਰ ਅੱਛੇ ਸਕੂਲ ਵੱਲੋਂ, ਹਰ CBSE ਸਕੂਲ ਵੱਲੋਂ ਇਹ ਕਹਿ ਰਿਹਾ, ਪ੍ਰੋਫਿਟ ਨਹੀਂ ਦੇਣਾ, ਤੁਸੀਂ ਕਿਸੇ ਵੀ ਸਕੂਲ ਨੂੰ ਨਹੀਂ ਦੇਣਾ। ਇਹਦਾ ਸੋਲੂਸ਼ਨ ਹੈ ਕਿ ਪੇਰੈਂਟਸ ਨੂੰ ਖੁਦ ਡਿਮਾਂਡ ਕਰਨਾ ਚਾਹੀਦਾ ਹੈ। ਹੁਣ ਮੇਰੇ ਸਕੂਲਾਂ 'ਚ ਮੈਂ ਵੈਲਕਮ ਕਰੂੰਗਾ ਪੇਰੈਂਟਸ ਨੂੰ ਕਿ ਉਹ ਸਾਡੇ ਸਾਰੇ ਅਕਾਊਂਟਸ, ਸੈਲਰੀਜ਼, ਸਭ ਕੁਝ, ਬੈਂਕ ਸਟੇਟਮੈਂਟਸ ਈਵਨ, ਉਹ ਆ ਕੇ ਚੈੱਕ ਕਰਨ, ਕੈਲਕੂਲੇਟ ਕਰਨ ਐਂਡ ਸਾਨੂੰ ਬਿਲਕੁਲ ਵੀ ਪ੍ਰੋਫਿਟ ਨਾ ਕਮਾਉਣ ਦੇਣ। ਐਂਡ ਉਸ ਤੋਂ ਬਾਅਦ ਜੋ ਠੀਕ ਲੱਗਦਾ ਹੈ ਉਹ ਦੇ ਦੇਣ। ਹਰ ਸਕੂਲ 'ਚ, ਪੰਜਾਬ ਕੀ ਹਰ ਸਕੂਲ ਦੇ ਅੰਦਰ ਇੱਕ ਕਮੇਟੀਜ਼ ਹੋਣੀ ਚਾਹੀਦੀਆਂ। CBSE ਨੇ ਆਲਰੇਡੀ ਮੈਂਡੇਟ ਕੀਤਾ ਹੋਇਆ ਹੈ, ਬਟ ਨੋ ਸਕੂਲ ਇਜ਼ ਫੋਲੋਇੰਗ ਦਿਸ, ਆਪਦੇ ਹੀ ਕੁਝ ਬਣਾ ਲੈਂਦੇ। ਐਂਡ ਬਾਕੀ ਆਈ ਐਮ ਟੋਟਲੀ ਵਿਦ ਦ ਪੇਰੈਂਟਸ। ਐਂਡ ਥੋੜ੍ਹਾ ਜਿਹਾ ਮੈਨੂੰ ਗਿਲਟੀ ਫੀਲਿੰਗ ਹੁੰਦੀ ਹੈ, ਬਟ ਇਸ ਵੀਡੀਓ ਦੇ ਜ਼ਰੀਏ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਫੀਸਾਂ ਦਿਓ ਜਾਂ ਜੋ ਵੀ ਕਰੋ, ਉਹ ਮੇਰੇ ਹੱਥ 'ਚ ਵੀ ਨਹੀਂ ਹੈ। ਮੈਂ ਸਿਰਫ ਆਪਦੀ ਆਡੀਅנס ਨੂੰ, ਸਾਰਿਆਂ ਨੂੰ, ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸਕੂਲ ਮੈਨੇਜਮੈਂਟ ਕਿਸ ਪ੍ਰੈਸ਼ਰ ਥੱਲੇ ਕੰਮ ਕਰ ਰਹੀ ਹੈ, ਟੀਚਰਸ ਦੇ ਉੱਤੇ ਕੀ ਪ੍ਰੈਸ਼ਰ ਹੈ, ਪੇਰੈਂਟਸ ਦੇ ਕੀ ਹਾਲਾਤ ਹੈ, ਟਰਾਂਸਪੋਰਟਰ ਦਾ ਕੀ ਹਾਲਾਤ ਹੈ। ਬਾਕੀ ਤੁਸੀਂ ਆਪਦੀ ਸੋਚ ਆਪ ਰੱਖ ਕੇ ਸਾਨੂੰ ਕਮੈਂਟਸ ਤੇ ਦੱਸੋ। ਐਂਡ ਵਿੱਚ ਕਰਨਾ ਸਾਰਿਆਂ ਨੇ ਉਹੀ ਹੈ ਜੋ ਹਾਈ ਕੋਰਟ ਆਰਡਰ ਦੇਗਾ ਜਾਂ ਸੁਪਰੀਮ ਕੋਰਟ ਨੇ ਤਾਂ ਹੁਣ ਮਨਾ ਕਰਤਾ ਵਿੱਚ ਪੈਣ ਤੋਂ। ਉਹ ਕਹਿੰਦੇ ਇੰਡੀਵਿਜੂਅਲ ਸਟੇਟਸ ਦੇ ਹਾਈ ਕੋਰਟ ਹੀ ਡਿਸਾਈਡ ਕਰਨਗੇ, ਕਿਉਂਕਿ ਹਰ ਸਟੇਟ ਦਾ ਮਾਹੌਲ ਅਲੱਗ ਹੈ। ਸੋ ਉਦੋਂ ਉੱਪਰ ਮੈਂ ਜ਼ਰੂਰ ਅਸੀਂ ਐਗਜ਼ੈਂਪਸ਼ਨਸ ਦੇਵਾਂਗੇ, ਜ਼ਰੂਰ ਅਸੀਂ ਮਾਫ ਕਰਾਂਗੇ। ਐਂਡ ਦ ਮੇਨ ਥਿੰਗ ਇਜ਼ ਕਿ ਜੋ ਬੱਚਾ ਹੈ ਉਹਨੂੰ ਪੜ੍ਹਾ ਕੇ ਕੁਝ ਉਹਦੇ ਅੰਦਰ ਕਮੀਆਂ ਨਾ ਹੋਣ। ਸੋ ਅੱਜ ਜਿਹੜੇ ਮਦਰਸ ਤੇ ਐਕਸਟਰਾ ਬੋਝ ਹੈ, ਆਈ ਐਮ ਵੈਰੀ ਸੌਰੀ ਕਿ ਤੁਹਾਡੇ ਤੇ ਆਇਆ। ਤੁਸੀਂ, ਮੈਨੂੰ ਪਤਾ ਹੈ ਤੁਸੀਂ ਜਿਹੜੇ ਪੇਰੈਂਟਸ ਨੇ ਨਹੀਂ ਇਨਵੈਸਟ ਕੀਤਾ, ਸਾਨੂੰ ਉੱਥੋਂ ਪਤਾ ਲੱਗ ਜਾਂਦਾ ਕਿ ਜਿਨ੍ਹਾਂ ਦਾ ਕੰਮ ਆ ਰਿਹਾ ਉਹਨਾਂ ਨੇ ਕਿੰਨਾ ਇਨਵੈਸਟ ਕੀਤਾ ਹੋਣਾ। ਸੋ ਸਾਨੂੰ 25-30% ਬੱਚਿਆਂ ਦਾ ਕੰਮ ਬਿਲਕੁਲ ਘੱਟ ਆ ਰਿਹਾ, ਮਤਲਬ ਕਿਸੇ ਦਾ ਤਾਂ ਜ਼ੀਰੋ ਆ ਰਿਹਾ, ਕਿਸੇ ਦਾ ਨਹੀਂ ਆ ਰਿਹਾ। ਉਹ ਸਿਗਨਲ ਦੀ ਪ੍ਰੋਬਲਮ ਕਰ ਰਿਹਾ। ਐਂਡ ਫਿਰ ਜਿਨ੍ਹਾਂ ਦਾ ਆ ਰਿਹਾ ਹੈ ਉਹ ਸਾਰੇ ਮਦਰਸ ਕਹਿ ਰਹੇ ਅਸੀਂ ਵੀਡੀਓਜ਼ ਵੇਖ ਰਹੇ ਹਾਂ, ਅਸੀਂ ਕਰ ਰਹੇ ਹਾਂ। ਸਭ ਤੋਂ ਇੱਕ ਬੱਚੇ ਦੇ ਦਿਮਾਗ 'ਚ ਇਹ ਕਦੇ ਵੀ ਸੀ, ਇਟਸ ਆਲ ਇਨ ਦ ਬ੍ਰੇਨ। ਜੇ ਬ੍ਰੇਨ ਦੇ ਅੰਦਰ ਇਹ ਰੁਕਾਵਟ ਆ ਜਾਏ ਕਿ ਸਕੂਲ ਹੈ ਹੀ ਨਹੀਂ, ਤਾਂ ਉਹ ਰੁਕਾਵਟ ਨੂੰ, ਉਸ ਬ੍ਰਿਜ ਨੂੰ ਦੁਬਾਰਾ ਬਿਲਡ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ। ਮੇਰੀ ਮੰਮਾ ਮੈਨੂੰ ਕਹਿੰਦੀ ਸੀ, ਬੇਟਾ ਮੈਂ ਸਕੂਲ ਦੀ ਬਹੁਤ ਜ਼ਿਆਦਾ ਫੀਸ ਦਿੰਦੀ, ਤੂੰ ਪੜ੍ਹ ਲਿਆ ਕਰ, ਤੇ ਉਹਦੇ ਕਰਕੇ ਹੀ ਮੈਂ ਪੜ੍ਹ ਗਿਆ। ਇਹ ਜਿਹੜੇ ਤੁਹਾਡੇ ਬੱਚਿਆਂ ਦਾ ਡਿਸਿਪਲਿਨ ਹੈ, ਇਹ ਨਹੀਂ ਟੁੱਟਣਾ ਚਾਹੀਦਾ। ਸੋ ਆਨਲਾਈਨ ਕਲਾਸਿਸ ਆਰ ਵੈਰੀ ਇੰਪੋਰਟੈਂਟ। ਸੋ ਅੱਜ ਦੀ ਇਸ ਚਰਚਾ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਇਸ ਪੈਂਡੇਮਿਕ ਕੋਵਿਡ-19 ਦੀ ਸਿਚੁਏਸ਼ਨ ਤੇ ਸਾਰੇ ਪੱਖਾਂ ਤੇ ਅਸਰ ਹੋਇਆ ਹੈ। ਸਾਰੇ ਹੀ, ਚਾਹੇ ਉਹ ਪੇਰੈਂਟਸ ਨੇ, ਚਾਹੇ ਉਹ ਸਕੂਲ ਅਥਾਰਟੀਜ਼ ਨੇ ਜਾਂ ਟਰਾਂਸਪੋਰਟਰਸ ਨੇ,
everyone is affected by that. And I think schools should come forward, and it's a golden opportunity for the school managements to show, you know, a goodwill to the parents, and I think they can cut down some portion of their expenditure which they were spending on, you know, maybe on promotion or other things which were not so very important, and this can be utilized for the welfare of the children, and they can give some fee waiver to the parents so that, you know, the goodwill remains, because we are the joint stakeholders, the parents, the school and the transport. एक बड़ा सुनहरी मौका है स्कूलों ਦੇ ਲਈ कि वो अपना ਵੱਡਾ ਦਿਲ ਦਿਖਾਣ और एक अपनी गुडविल बनाਣ सोसाइटी ਵਿੱਚ पेरेंट्स ਦੇ ਨਾਲ, एंड ਜਿਹੜਾ एक रिश्ता ਸਾਡਾ सदियों तो बनया होया सीगा पेरेंट्स और मैनेजमेंट एंड टीचर्स का, बहुत ही प्यारा रिश्ता सी, ਉਹਦੇ ਵਿੱਚ कोई दरार ना आन दे और अपने फालतू खर्चों ਨੂੰ ਘੱਟ ਕਰਕੇ, ਜਿਵੇਂ ਪ੍ਰੋਮੋਸ਼ਨ ਦੇ ਉੱਪਰ ਉਹ ਖਰਚਾ ਕਰ ਰਹੇ ਸੀ, ਉਹਨਾਂ ਖਰਚਿਆਂ ਨੂੰ ਘੱਟ ਕਰਕੇ we can give fee waiver to the children and parents will feel relieved, ਉਹਨਾਂ ਨੂੰ ਬਹੁਤ ਇਹਦੇ ਨਾਲ ਰਾਹਤ ਮਿਲੇਗੀ, and I think we need to sort out this problem jointly. So thank you so much for joining me for this mini debate. I thank all the parents and the teachers, the management and the transporter. Thank you.